ਅਮੀਆਂ ਕੁੰਵਰ ਦੀ ਸੰਪਾਦਿਤ ਪੁਸਤਕ ਆਈਆਂ ਨੇ ਯਾਦਾਂ ਤੇਰੀਆਂ ਦਾ ਲੇਖ ਹੈ। ਯਾਦਾਂ ਦੇ ਝਰੋਖੇ 'ਚੋਂ। ਲੇਖਕ ਅਮਰਜੀਤ ਕੌਂਕੇ। 1982-83 ਦੀ ਗੱਲ ਹੈ। ਮੈਂ ਨਿਟਿੰਗ ਟੈਕਨੋਲੋਜੀ 'ਚ ਡਿਪਲੋਮਾ ਕਰਕੇ ਫੈਕਟਰੀਆਂ ਦੀ ਧੂੜ ਫੱਕ ਰਿਹਾ ਸੀ। ਓਸਵਾਲ ਵੂਲਨ ਮਿਲ 'ਚ ਮੇਰੀ ਤਨਖਾਹ 250 ਰੁਪਏ ਮਹੀਨਾ ਸੀ, ਪਰ ਨੌਕਰੀ ਬਹੁਤ ਸਖਤ। ਇੱਕ ਹਫ਼ਤਾ ਦਿਨ ਦੀ ਡਿਊਟੀ, ਇੱਕ ਹਫ਼ਤਾ ਰਾਤ 7 ਤੋਂ ਸਵੇਰੇ 7 ਵਜੇ ਤੱਕ ਲਗਾਤਾਰ ਚੱਲਦੀ ਮਸ਼ੀਨ ਦੀਆਂ ਸੂਈਆਂ ਨੂੰ ਵੇਖਣਾ ਹੁੰਦਾ ਸੀ। ਕੋਈ ਸੂਈ ਟੁੱਟੇ ਨਾ ਤੇ ਮਸ਼ੀਨ ਐਕਸੀਡੈਂਟ ਨਾ ਕਰੇ। ਇਸ ਲਈ ਕਿਸੇ ਵੀ ਕਾਮੇ ਨੂੰ ਬੈਠਣ ਲਈ ਬੈਂਚ ਜਾਂ ਸਟੂਲ ਨਹੀਂ ਸੀ ਮਿਲਦਾ। ਜੇ ਕੋਈ ਰਾਤ ਨੂੰ ਕਿਤੋਂ ਸਟੂਲ ਚੁੱਕ ਕੇ ਵੀ ਲੈ ਆਉਂਦਾ ਤਾਂ ਚੌਕੀਦਾਰ ਉਸੇ ਵੇਲੇ ਖੋਹ ਕੇ ਲੈ ਜਾਂਦਾ ਸੀ। ਦੋਸਤ ਮਸ਼ੀਨ ਕੋਲ ਲੱਗੀ ਖਿੜਕੀ ਵਿੱਚੋਂ ਹੀ ਮਿਲਦੇ, ਗੱਲਾਂ ਕਰਦੇ ਚਲੇ ਜਾਂਦੇ। ਮੈਂ ਕਿਸੇ ਕੈਦੀ ਵਾਂਗ ਬਾਰੀ ਦੇ ਅੰਦਰ ਹੁੰਦਾ ਤੇ ਦੋਸਤ ਬਾਹਰ ਕਿਸੇ ਮੁਲਾਕਾਤੀ ਵਾਂਗ ਆਉਂਦੇ। ਅਜਿਹੇ ਦਿਨਾਂ 'ਚ ਸ਼ਬਦਾਂ ਦਾ ਹੀ ਆਸਰਾ ਸੀ, ਜਿਸ ਆਸਰੇ ਦਿਨ ਨਿਕਲ ਰਹੇ ਸਨ। ਲੁਧਿਆਣਾ ਐਕਸਟੈਂਸ਼ਨ ਲਾਇਬ੍ਰੇਰੀ ਤੋਂ ਮੈਂ ਕਿਤਾਬਾਂ ਲੈ ਆਉਂਦਾ ਤੇ ਰਾਤ ਨੂੰ ਮਸ਼ੀਨ ਕੋਲ ਖੜੇ ਹੋ ਕੇ ਫੋਰਮੈਨ ਤੋਂ ਲੁਕੋ ਕੇ ਰਾਜਿੰਦਰ ਯਾਦਵ, ਮੁਕਤੀ ਬੋਧ, ਮੋਹਨ ਰਾਕੇਸ਼, ਰਜਿੰਦਰ ਸਿੰਘ ਬੇਦੀ, ਮੰਟੋ ਜਿਹੇ ਲੇਖਕਾਂ ਦੀਆਂ ਕਿਤਾਬਾਂ ਪੜ੍ਹਦਾ। ਅਮਰਤਾ ਦੀਆਂ ਪਹਿਲੀਆਂ ਕਿਤਾਬਾਂ ਵੀ ਮੈਂ ਉਹਨੇ ਦਿਨੀਂ ਪੜ੍ਹੀਆਂ। ਰਸੀਦੀ ਟਿਕਟ, ਕਾਗਜ਼ ਤੇ ਕੈਨਵਸ, ਇੱਕ ਸੀ ਅਨੀਤਾ, ਡਾਕਟਰ ਦੇਵ, ਚੱਕ ਨੰਬਰ 36। ਅਮਰਤਾ ਦੇ ਛੋਟੇ ਜਿਹੇ ਨਾਵਲ ਚੱਕ ਨੰਬਰ 36 ਨੂੰ ਪੜ੍ਹ ਕੇ ਮੈਨੂੰ ਲੱਗਿਆ ਅਜਿਹਾ ਨਾਵਲ ਅਮਰਤਾ ਨੇ ਵਕਤ ਤੋਂ ਬਹੁਤ ਪਹਿਲੇ ਲਿਖ ਦਿੱਤਾ ਹੈ। ਮੁਹੱਬਤ ਦੇ ਬਹੁਤ ਹੀ ਵਿਲੱਖਣ ਅਹਿਸਾਸ ਨੂੰ ਜਿਸ ਮੌਲਿਕਤਾ ਤੇ ਸ਼ਿੱਦਤ ਨਾਲ ਅਮਰਤਾ ਨੇ ਚਿੱਤਰਿਆ, ਉਹਨੇ ਮੈਨੂੰ ਅਮਰਤਾ ਦੀ ਲੇਖਣੀ ਦਾ ਦੀਵਾਨਾ ਕਰ ਦਿੱਤਾ। ਨਾਗਮਣੀ ਉਸ ਵੇਲੇ ਪੰਜਾਬੀ ਦਾ ਸਿਰ ਕੱਢ ਰਿਸਾਲਾ ਸੀ। ਜਿਸ ਦੁਕਾਨ ਤੇ ਆਉਂਦਾ ਮੈਂ 1-2 ਦਿਨ ਪਹਿਲਾਂ ਹੀ ਉਸ ਦੁਕਾਨ ਦੇ ਗੇੜੇ ਮਾਰਨ ਲੱਗ ਪੈਂਦਾ। ਉਦੋਂ ਆਰਸੀ ਤੇ ਨਾਗਮਣੀ ਇੱਕੋ ਪੱਧਰ ਦੇ ਰਸਾਲੇ ਸਨ, ਪਰ ਆਰਸੀ 'ਚ ਬਲਵੰਤ ਗਾਰਗੀ, ਅਜੀਤ ਕੌਰ ਦੁੱਗਲ, ਸਤਿਆਰਥੀ ਜਿਹੇ ਵੱਡੇ ਲੇਖਕ ਛਪਦੇ, ਪਰ ਨਾਗਮਣੀ ਲੋਕਾਂ ਦਾ ਮੈਗਜ਼ੀਨ ਸੀ। ਹੋਰਨਾਂ ਨੌਜਵਾਨਾਂ ਲੇਖਕਾਂ ਵਾਂਗ ਮੇਰਾ ਵੀ ਸੁਪਨਾ ਸੀ ਕਿ ਮੇਰੀ ਵੀ ਕਵਿਤਾ ਕਦੀ ਨਾਗਮਣੀ 'ਚ ਛਪੇ। ਉਸ ਵੇਲੇ ਨਾਗਮਣੀ 'ਚ ਜਸਬੀਰ ਭੁੱਲਰ, ਪ੍ਰੇਮ ਗੁਰਖੀ, ਦੀਦ, ਰਣਜੀਤ ਮਾਧੋਪੁਰੀ, ਕਿਰਪਾਲ ਕਜ਼ਾਕ ਜਿਹੇ ਲੇਖਕ ਛਪਦੇ ਸਨ। ਹਰ ਵਾਰ ਨਵੇਂ ਲੇਖਕਾਂ ਦੀਆਂ ਕਵਿਤਾਵਾਂ, ਕਹਾਣੀਆਂ। ਮੈਨੂੰ ਲੱਗਦਾ ਜਿਵੇਂ ਸਾਰੇ ਮੇਰੇ ਪਰਿਵਾਰ ਦੇ ਮੈਂਬਰ ਹੋਣ। ਇਹਨਾਂ ਦੇ ਦੁੱਖ ਸੁੱਖ ਮੇਰੇ ਵਰਗੇ ਸਨ, ਤੰਗੀਆਂ ਤੁਰਸ਼ੀਆਂ ਦੇ ਭੰਨੇ ਹੋਏ। ਇਹਨਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਮੈਨੂੰ ਅਜੀਬ ਜਿਹਾ ਸਕੂਨ ਮਿਲਦਾ ਤੇ ਮੇਰੇ ਦਿਲ 'ਚ ਵੀ ਸੱਧਰ ਉੱਠਦੀ ਕਿ ਕਾਸ਼ ਮੈਂ ਵੀ ਕਦੇ ਨਾਗਮਣੀ 'ਚ ਛਪ ਸਕਾਂ। ਮੇਰੀ ਇਹ ਰੀਝ ਛੇਤੀ ਪੂਰੀ ਹੋ ਗਈ। ਮੈਂ ਆਪਣੀ ਇੱਕ ਨਿੱਕੀ ਜਿਹੀ ਕਵਿਤਾ ਅਮਰਤਾ ਨੂੰ ਭੇਜੀ, ਇਹ ਲਿਖ ਕੇ ਕਿ ਜੇ ਨਾਗਮਣੀ ਦੇ ਯੋਗ ਹੋਵੇ ਤਾਂ ਛਾਪ ਦੇਣਾ। ਅਮਰਤਾ ਦਾ ਖਤ ਆਇਆ, ਪਿਆਰੇ ਅਮਰਜੀਤ, ਰਚਨਾ ਮਿਆਰੀ ਹੋਵੇ ਭਾਵੇਂ ਇਸ 'ਚ ਮਸ਼ਹੂਰੀ ਦਾ ਲਕਸ਼ ਨਾ ਹੋਵੇ, ਤੇਰੀ ਨਜ਼ਮ ਛਾਪ ਰਹੀ ਹਾਂ। ਹੈ ਤਾਂ ਇਹ 15 ਪੈਸੇ ਦਾ ਪੋਸਟ ਕਾਰਡ ਸੀ, ਪਰ ਉਤਲੇ ਲਫ਼ਜ਼ ਮੇਰੇ ਲਈ ਸਧਾਰਨ ਲਫ਼ਜ਼ ਨਹੀਂ ਸਨ। ਇਹ ਮੇਰੇ ਲਈ ਇਸ ਤਰ੍ਹਾਂ ਸੀ ਜਿਵੇਂ ਮੈਨੂੰ ਕੋਈ ਕਾਰੂਨ ਦਾ ਖਜ਼ਾਨਾ ਲੱਭਿਆ ਹੋਵੇ। ਅਮਰਤਾ ਦੀ ਲਿਖਾਈ, ਉਹਦੇ ਅੱਖਰਾਂ ਦੀ ਬਨਾਵਟ ਤੇ ਥੱਲੇ ਡੈਸ਼ ਪਾ ਕੇ ਉਹਦਾ ਅਮਰਤਾ ਲਿਖਣਾ। ਮੈਂ ਅਜਬ ਜਿਹੇ ਸਰੂਰ 'ਚ ਬਹੁਤ ਦਿਨ ਘੁੰਮਦਾ ਰਿਹਾ। ਬਾਰ-ਬਾਰ ਮੈਂ ਅਮਰਤਾ ਦੇ ਇਸ ਪੋਸਟ ਕਾਰਡ ਨੂੰ ਵੇਖਦਾ, ਵਾਚਦਾ, ਪੜ੍ਹਦਾ, ਮੰਤਰ ਮੁਗਧ ਹੋ ਜਾਂਦਾ। ਇਹ ਖਤ ਮੇਰੇ ਲਈ ਇਲਾਹੀ ਖਤ ਸੀ। ਲੱਗਦਾ ਸੀ ਜਿਵੇਂ ਮਾਰੂਥਲ 'ਚ ਭਟਕਦਿਆਂ ਕਿਸੇ ਬੱਦਲੀ ਨੇ ਮੇਰੇ ਤੇ ਛਾਂ ਕਰ ਦਿੱਤੀ ਹੋਵੇ। ਜ਼ਿੰਦਗੀ ਦੇ ਮੇਲੇ 'ਚ ਗੁਆਚੇ ਬਾਲ ਦੀ ਜਿਵੇਂ ਕੋਈ ਬਾਂਹ ਫੜ ਲਏ। ਅਮਰਤਾ ਦੇ ਇਸ ਖਤ ਨੇ ਮੇਰੇ ਅੰਦਰ ਇੱਕ ਸ਼ਿੱਦਤ, ਇੱਕ ਵਿਸ਼ਵਾਸ ਪੈਦਾ ਕਰ ਦਿੱਤਾ। ਕਵਿਤਾ ਛਪੀ ਤਾਂ ਮੇਰਾ ਆਤਮ ਬਲ ਹੋਰ ਵਧੇਰੇ ਵੱਧ ਗਿਆ ਤੇ ਸਵੈ ਵਿਸ਼ਵਾਸ ਹੋਰ ਜ਼ਿਆਦਾ। ਮੈਨੂੰ ਲੱਗਿਆ ਕਿ ਮੇਰੀ ਕਵਿਤਾ ਨਾਗਮਣੀ 'ਚ ਪ੍ਰਵਾਨ ਹੋ ਗਈ ਹੈ। ਮੈਂ ਨਾਗਮਣੀ 'ਚ ਪ੍ਰਵਾਨ ਹੋ ਗਿਆ। ਉਸ ਤੋਂ ਬਾਅਦ ਇੱਕ ਨਿਰੰਤਰ ਸਿਲਸਿਲਾ ਸ਼ੁਰੂ ਹੋ ਗਿਆ। ਮੈਂ ਕਵਿਤਾ ਭੇਜਦਾ, ਅਮਰਤਾ ਦਾ ਖਤ ਆਉਂਦਾ। 3-4 ਲਾਈਨਾਂ ਦਾ ਉਹ ਖਤ ਮੈਂ ਕਈ ਵਾਰ ਪੜ੍ਹਦਾ। ਮੇਰੀਆਂ ਨਜ਼ਰਾਂ 'ਚ ਅਮਰਤਾ ਦਾ ਕੱਦ ਬਹੁਤ ਉੱਚਾ ਹੋ ਗਿਆ। ਜੀਵਨ 'ਚ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਕਈ ਹੋਰ ਵੱਡੇ ਲੇਖਕਾਂ ਨੂੰ ਮਿਲਣ ਦਾ ਮੌਕਾ ਮਿਲਿਆ, ਪਰ ਅਮਰਤਾ ਜਿਹਾ ਵੱਡਪਣ ਕਿਸੇ ਦੇ ਨੇੜੇ ਤੇੜੇ ਵੀ ਨਹੀਂ ਸੀ। ਕਈ ਕਵਿਤਾਵਾਂ ਪੜ੍ਹ ਕੇ ਅਮਰਤਾ ਉਹਨਾਂ ਨੂੰ ਨਾ ਛਾਪਣੋਂ ਲਿਖ ਵੀ ਦਿੰਦੀ, ਪਰ ਮੈਨੂੰ ਇਹਦਾ ਮਲਾਲ ਨਾ ਹੁੰਦਾ, ਕਿਉਂਕਿ ਮੈਨੂੰ ਅਮਰਤਾ ਦੀ ਸੁਹਿਰਦਤਾ ਤੇ ਰਤੀ ਭਰ ਵੀ ਸ਼ੱਕ ਨਹੀਂ ਸੀ। ਮੈਂ ਫਿਰ ਅਗਲੀ ਨਜ਼ਮ ਲਿਖਦਾ, ਨਾਗਮਣੀ ਵੱਲ ਤੋਰ ਦਿੰਦਾ। ਵਕਤ ਨੇ ਕਰਵਟ ਬਦਲੀ। 1985 'ਚ ਮੇਰੀ ਨੌਕਰੀ ਫਿਰੋਜ਼ਪੁਰ ਤੋਂ 15 ਕਿਲੋਮੀਟਰ ਬਾਰਡਰ 'ਤੇ ਇੱਕ ਸਕੂਲ 'ਚ ਲੱਗ ਗਈ। 3 ਸਾਲ ਫੈਕਟਰੀਆਂ ਦੀ ਖਾਕ ਛਾਣਦਿਆਂ, ਰਾਤਾਂ ਜਾਗਦਿਆਂ ਮੈਨੂੰ ਜਿਵੇਂ ਕੁਦਰਤ ਨੇ ਸਕੂਨ ਭਰਿਆ ਰਾਹ ਬਖਸ਼ ਦਿੱਤਾ। ਮੈਂ ਨੌਕਰੀ ਜੁਆਇਨ ਕਰਕੇ ਅਮਰਤਾ ਨੂੰ ਪਹਿਲਾ ਖਤ ਲਿਖਿਆ ਤੇ ਨਾਲ ਇਹ ਵੀ ਲਿਖਿਆ, ਇਹ ਖੁਸ਼ੀ ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਅਮਰਤਾ ਦਾ ਕਾਰਡ ਆਇਆ।
ਨੌਕਰੀ ਦੀ ਪਹਿਲੀ ਖੁਸ਼ੀ ਤੁਸੀਂ ਮੇਰੇ ਨਾਲ ਸਾਂਝੀ ਕੀਤੀ। ਹੁਣ ਇੱਕ ਖੁਸ਼ੀ ਆਪਣੇ ਆਪ ਨਾਲ ਵੀ ਸਾਂਝੀ ਕਰਨਾ। ਆਪਣੀ ਪਹਿਲੀ ਤਨਖਾਹ ਵਿੱਚੋਂ ਆਇਨ ਰੈਂਡ ਦਾ ਨਾਵਲ ਦ ਫਾਊਂਟੇਨ ਹੈਡ ਖਰੀਦਣਾ ਅਤੇ ਪੜ੍ਹ ਕੇ ਮੈਨੂੰ ਖੱਤ ਲਿਖਣਾ। ਸੱਚਮੁੱਚ ਮੈਂ ਆਇਨ ਰੈਂਡ ਦਾ ਨਾਵਲ ਆਪਣੀ ਪਹਿਲੀ ਤਨਖਾਹ ਵਿੱਚੋਂ ਫਿਰੋਜ਼ਪੁਰ ਤੋਂ ਹੀ ਖਰੀਦਿਆ। ਪੜ੍ਹ ਕੇ ਅੰਮ੍ਰਿਤਾ ਨੂੰ ਲੰਬਾ ਖੱਤ ਲਿਖਿਆ। ਫਿਰੋਜ਼ਪੁਰ ਰਹਿਣ ਲਈ ਮੈਂ ਇੱਕ ਛੋਟਾ ਜਿਹਾ ਕਮਰਾ ਕਿਰਾਏ 'ਤੇ ਲੈ ਲਿਆ। ਇਸ ਕਮਰੇ 'ਚ ਇਕੱਲੇ ਰਹਿੰਦਿਆਂ ਮੈਂ ਹੋਰ ਵਧੇਰੇ ਸਾਹਿਤ ਪੜ੍ਹਨਾ ਸ਼ੁਰੂ ਕਰ ਦਿੱਤਾ। ਸਕੂਲ ਦਾ ਖੁੱਲ੍ਹਾ ਮਾਹੌਲ ਸੀ। ਇੱਥੇ ਫੈਕਟਰੀਆਂ ਵਾਲੀ ਘੁੱਟਣ 'ਤੇ ਗੁਲਾਮੀ ਨਹੀਂ ਸੀ। ਧੂੰਏਂ, ਤੇਲ ਤੇ ਉੱਨ ਦੀ ਅਜੀਬ ਜਿਹੀ ਬਦਬੂ ਨਹੀਂ ਸੀ। ਪਰ ਇੱਥੇ ਲੜਾਈ ਹੋਰ ਤਰ੍ਹਾਂ ਦੀ ਸੀ, ਮਾਨਸਿਕ ਤੇ ਹੋਰ ਵਧੇਰੇ ਖਤਰਨਾਕ। ਫਿਰ ਵੀ ਕਿਉਂਕਿ ਰੋਟੀ ਖਾਣ ਦਾ ਵਸੀਲਾ ਬਣ ਗਿਆ ਸੀ, ਇਸ ਲਈ ਸਾਹਿਤ ਪੜ੍ਹਨ ਲਈ ਵਧੇਰੇ ਸਮਾਂ ਮਿਲਣ ਲੱਗਿਆ। ਫਿਰੋਜ਼ਪੁਰ ਰਹਿੰਦਿਆਂ ਇੱਕ ਦਿਨ ਮੈਂ ਅੰਮ੍ਰਿਤਾ ਨੂੰ ਟੈਲੀਫੋਨ ਰਾਹੀਂ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਉਹਨਾਂ ਨੇ ਹਾਂ ਕਰ ਦਿੱਤੀ। ਅਗਲੇ ਦਿਨ ਦਾ ਹੀ ਸਮਾਂ ਲੈ ਕੇ ਮੈਂ ਆਪਣੇ ਮਿੱਤਰ ਹਰੀਸ਼ ਗਰੋਵਰ ਨਾਲ ਅੰਮ੍ਰਿਤਾ ਦੇ K25 ਹੌਜ਼ ਖਾਸ ਵਾਲੇ ਘਰ ਪਹੁੰਚ ਗਏ। ਘੰਟੀ ਮਾਰੀ। ਕੁਝ ਦੇਰ ਬਾਅਦ ਇਮਰੋਜ਼ ਨੇ ਦਰਵਾਜ਼ਾ ਖੋਲ੍ਹਿਆ ਤੇ ਹਨੇਰੀਆਂ ਪੌੜੀਆਂ ਵਿੱਚੋਂ ਬਹੁਤ ਪਿਆਰ ਨਾਲ ਸਾਨੂੰ ਉੱਪਰ ਲੈ ਗਿਆ। ਪੌੜੀਆਂ ਹਨੇਰੀਆਂ ਸਨ ਪਰ ਉੱਪਰ ਹਨੇਰਾ ਨਹੀਂ ਸੀ। ਅੰਮ੍ਰਿਤਾ ਦੀ ਸ਼ਖਸੀਅਤ ਦੇ ਨੂਰ ਨਾਲ ਘਰ ਚਿੱਟੇ ਚਾਨਣ ਨਾਲ ਭਰਿਆ ਹੋਇਆ ਸੀ। ਡਰਾਇੰਗ ਰੂਮ 'ਚ ਬੈਠਿਆ ਮੈਂ ਉਹ ਸ਼ੀਸ਼ੇ ਦਾ ਮੇਜ਼ ਵੇਖਿਆ ਜਿਸ 'ਤੇ ਗੁਰਚਰਨ ਚਾਹਲ ਭੀਖੀ ਆਪਣੇ ਪੈਰ ਰੱਖ ਕੇ ਬੈਠ ਗਿਆ ਸੀ। ਇਹਦਾ ਜ਼ਿਕਰ ਕਿਰਪਾਲ ਕਜ਼ਾਕ ਦੇ ਭੀਖੀ ਬਾਰੇ ਲਿਖੇ ਹੋਏ ਰੇਖਾ ਚਿੱਤਰ ਅੱਕ ਦਾ ਕੁੱਤਾ ਵਿੱਚ ਮਿਲਦਾ, ਜਿਹੜਾ ਮੈਂ ਨਾਗਮਣੀ 'ਚ ਹੀ ਪੜ੍ਹਿਆ ਸੀ। ਅਸੀਂ ਬੈਠੇ ਹੀ ਸਾਂ ਕਿ ਅੰਦਰੋਂ ਅੰਮ੍ਰਿਤਾ ਆ ਗਈ। ਟੌਪ ਤੇ ਜੀਨ ਪਾਈ, ਪਤਲਾ ਜਿਹਾ ਸਰੀਰ, ਪਰ ਸਰੀਰ 'ਚ ਕਮਾਲ ਦੀ ਫੁਰਤੀ ਤੇ ਸੁਭਾਅ ਦੇ ਵਿੱਚ ਅੰਤਾਂ ਦੀ ਅਪਣੱਤ। ਪਹਿਲੀ ਨਜ਼ਰ 'ਚ ਹੀ ਲੱਗਿਆ ਕਿ ਬਿਲਕੁਲ ਇਹੀ ਔਰਤ ਹੋ ਸਕਦੀ ਹੈ ਜਿਹੜੀ ਕਾਗਜ਼ 'ਤੇ ਕੈਨਵਸ, ਰਸੀਦੀ ਟਿਕਟ, ਇੱਕ ਸੀ ਅਨੀਤਾ ਤੇ ਚੱਕ ਨੰਬਰ 36 ਜਿਹੇ ਨਾਵਲ ਲਿਖ ਸਕਦੀ ਹੈ। ਸਾਡੇ ਸਾਹਮਣੇ ਬੈਠ ਕੇ ਉਹਨੇ ਸਿਗਰਟ ਸੁਲਗਾਈ, ਪੰਜਾਬੀ ਸਾਹਿਤ ਬਾਰੇ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗੀ। ਫਿਰ ਉਹਨੇ ਰਜਨੀਸ਼ ਦੀ ਗੱਲ ਛੋਹ ਲਈ ਤੇ ਉਸ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਉਹਨਾਂ ਦਿਨਾਂ 'ਚ ਅੰਮ੍ਰਿਤਾ ਸਾਈਂ ਬਾਬਾ ਦੀ ਵੀ ਬਹੁਤ ਪ੍ਰਸ਼ੰਸਕ ਸੀ। ਉਹਨਾਂ ਦੱਸਿਆ ਪਿਛਲੇ ਦਿਨੀਂ ਸਾਈਂ ਬਾਬਾ ਉਹਨਾਂ ਕੋਲ ਮਿਲਣ ਆਏ ਸਨ ਤੇ ਸਾਹਮਣੇ ਦੀਵਾਨ 'ਤੇ ਕੁਝ ਦੇਰ ਉਹਨਾਂ ਆਰਾਮ ਵੀ ਕੀਤਾ ਸੀ। ਇਸ ਗੱਲ ਨੂੰ ਲੈ ਕੇ ਅੰਮ੍ਰਿਤਾ ਬਹੁਤ ਉਤਸ਼ਾਹ ਵਿੱਚ ਸੀ। ਅੰਮ੍ਰਿਤਾ ਦੇ ਸਾਰੇ ਘਰ ਨੂੰ ਇਮਰੋਜ਼ ਨੇ ਆਪਣੀਆਂ ਬੁਰਸ਼ ਛੋਹਾਂ ਨਾਲ ਭਰਪੂਰਤਾ ਦਿੱਤੀ ਹੋਈ ਸੀ। ਕਿਤੇ ਬੁੱਲੇ ਸ਼ਾਹ, ਕਿਤੇ ਸ਼ਾਹ ਹੁਸੈਨ, ਕਿਤੇ ਫਰੀਦ। ਸਾਰਾ ਘਰ ਲੱਗਦਾ ਸੀ ਜਿਵੇਂ ਸ਼ਬਦਾਂ ਦਾ ਮੱਕਾ ਹੋਵੇ। ਕੰਧਾਂ, ਟੇਬਲ ਲੈਂਪ, ਹਰ ਥਾਂ ਕਵਿਤਾ ਹੀ ਕਵਿਤਾ। ਉੱਥੇ ਬੈਠਿਆਂ ਲੱਗਦਾ ਸੀ ਜਿਵੇਂ ਤੁਸੀਂ ਸ਼ਬਦਾਂ ਦੇ ਚਿੱਤਰਾਂ ਦੇ ਅਜਬ ਜਿਹੇ ਸੰਸਾਰ 'ਚ ਆ ਗਏ ਹੋ। ਚਾਹ ਪੀ ਕੇ ਹਟੇ ਤਾਂ ਅੰਮ੍ਰਿਤਾ ਨੇ ਮੈਨੂੰ ਕਿਹਾ ਕਿ ਆਪਣੇ ਬਾਰੇ ਦੱਸੋ। ਮੈਂ ਕਾਰਨ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਮੈਂ ਇਸ ਵਾਰ ਸਮਦਰਸ਼ੀ ਦਾ ਪਹਿਲਾ ਅੰਕ ਸੰਪਾਦਿਤ ਕਰ ਰਹੀ ਹਾਂ ਤੇ ਉਸ 'ਚ ਕਾਲਮ ਹੈ ਸਾਡੇ ਨਵੇਂ ਸ਼ਾਇਰ। ਮੈਂ ਇਸ ਵਿੱਚ ਤੇਰੇ ਬਾਰੇ ਲਿਖਣਾ ਹੈ। ਮੈਂ ਅੰਮ੍ਰਿਤਾ ਨੂੰ ਆਪਣੇ ਬਾਰੇ ਸੰਖੇਪ 'ਚ ਦੱਸਿਆ ਤਾਂ ਉਹਨਾਂ ਕੁਝ ਚਿਰ ਬਾਅਦ ਹੀ ਇਹਨੂੰ ਲਿਖ ਕੇ ਮੈਨੂੰ ਸੁਣਾ ਦਿੱਤਾ ਤੇ ਮੇਰੀ ਫੋਟੋ ਲੈ ਕੇ ਇਮਰੋਜ਼ ਨੂੰ ਕਹਿਣ ਲੱਗੇ, ਇਮੂ ਕੌਂਕੇ ਦੀ ਫੋਟੋ ਵੀ ਦਾਇਰੇ 'ਚ ਬੰਦ ਕਰ ਦੇ। ਜਿੰਨਾ ਚਿਰ ਅੰਮ੍ਰਿਤਾ ਸਮਦਰਸ਼ੀ ਸੰਪਾਦਿਤ ਕਰਦੀ ਰਹੀ ਉਸ 'ਚ ਸਾਰੀਆਂ ਫੋਟੋਆਂ ਗੋਲ ਦਾਇਰੇ 'ਚ ਛਪਦੀਆਂ ਰਹੀਆਂ। ਅੰਮ੍ਰਿਤਾ ਦੀ ਸੰਪਾਦਕੀ ਵਿੱਚ ਪ੍ਰਕਾਸ਼ਿਤ ਸਮਦਰਸ਼ੀ ਦੇ ਉਸ ਪਹਿਲੇ ਅੰਕ 'ਚ ਸਾਡੇ ਨਵੇਂ ਸ਼ਾਇਰ ਕਾਲਮ 'ਚ 2 ਸ਼ਾਇਰ ਅੰਮ੍ਰਿਤਾ ਨੇ ਕਵਿਤਾਵਾਂ ਸਮੇਤ ਛਾਪੇ, ਇੱਕ ਨਿਰੂਪਮਾ ਦੱਤ ਤੇ ਦੂਸਰਾ ਮੈਂ। ਸ਼ਾਮ ਤੱਕ ਅਸੀਂ ਅੰਮ੍ਰਿਤਾ ਹੋਰਾਂ ਕੋਲ ਰਹੇ ਤੇ ਸ਼ਾਮ ਦੀ ਗੱਡੀ ਵਾਪਸ ਆਉਣ ਲਈ ਸਟੇਸ਼ਨ 'ਤੇ ਆ ਗਏ। ਸਾਨੂੰ ਤੁਰਨ ਵੇਲੇ ਅੰਮ੍ਰਿਤਾ ਨੇ ਆਪਣੇ ਕਿਸੇ ਪ੍ਰਸ਼ੰਸਕ ਦੁਆਰਾ ਲਿਆਂਦੀ ਗੁਜਰਾਤ ਦੀ ਮਠਿਆਈ ਸਾਨੂੰ ਖਾਣ ਲਈ ਦਿੱਤੀ, ਪਰ ਜਦੋਂ ਸਟੇਸ਼ਨ 'ਤੇ ਭੁੱਖ ਲੱਗਣ 'ਤੇ ਅਸੀਂ ਉਹ ਖਾਣ ਲੱਗੇ ਤਾਂ ਸਾਡੀ ਜੀਭ ਨੂੰ ਪਹਿਲੀ ਵਾਰ ਉਹਦਾ ਸਵਾਦ ਓਪਰਾ ਜਿਹਾ ਲੱਗਿਆ। ਫਿਰ ਵੀ ਮੈਂ ਉਹਨੂੰ ਆਪਣੇ ਨਾਲ ਫਿਰੋਜ਼ਪੁਰ ਲੈ ਆਇਆ ਤੇ ਕਈ ਦਿਨ ਥੋੜ੍ਹੀ ਥੋੜ੍ਹੀ ਕਰਕੇ ਉਹਨੂੰ ਖਾਂਦਾ ਰਿਹਾ। ਅੱਜ ਇੰਨੇ ਵਰ੍ਹਿਆਂ ਬਾਅਦ ਵੀ ਮੈਂ ਉਸ ਮਠਿਆਈ ਦੇ ਸਵਾਦ ਨੂੰ ਭੁੱਲ ਨਹੀਂ ਸਕਿਆ। ਇਸ ਤੋਂ ਬਾਅਦ ਨਾਗਮਣੀ ਦੇ ਨਾਲ ਨਾਲ ਅੰਮ੍ਰਿਤਾ ਹੋਰਾਂ ਨਾਲ ਨਾਤਾ ਜੁੜ ਗਿਆ। ਉਹ ਜਦੋਂ ਵੀ ਨਾਗਮਣੀ ਦਾ ਸਪੈਸ਼ਲ ਅੰਕ ਕੱਢਦੇ ਤਾਂ ਚਿੱਠੀਆਂ ਲਿਖ ਕੇ ਕਿਸੇ ਕਾਲਮ ਲਈ ਵਿਸ਼ੇਸ਼ ਤੌਰ 'ਤੇ ਲਿਖਣ ਲਈ ਕਹਿੰਦੇ। ਬਹੁਤ ਸਾਰੇ ਲੇਖਕ ਉਹਨਾਂ ਕਾਲਮਾਂ ਰਾਹੀਂ ਆਪਣੇ ਜੀਵਨ ਤਜਰਬਿਆਂ ਨੂੰ ਨਾਗਮਣੀ ਰਾਹੀਂ ਪਾਠਕਾਂ ਨਾਲ ਸਾਂਝਾ ਕਰਦੇ। ਮੇਰੀ ਪੁਸਤਕ ਨਿਰਵਾਣ ਦੀ ਤਲਾਸ਼ 'ਚ ਛਪੀ ਤਾਂ ਪੜ੍ਹ ਕੇ ਇੱਕ ਸਤਰ ਦਾ ਖੱਤ ਉਹਨਾਂ ਘੱਲਿਆ। ਪਿਆਰੇ ਅਮਰਜੀਤ, ਜੀਵਨ ਦਾ ਜ਼ਹਿਰ ਆਪਣੇ ਸਿਰ ਲੈਣ ਲਈ ਤੇਰੀ ਕਵਿਤਾ ਸ਼ਿਵ ਵੀ ਬਣ ਰਹੀ ਹੈ ਤੇ ਸ਼ਕਤੀ ਵੀ। ਬਹੁਤ ਪਿਆਰ, ਅੰਮ੍ਰਿਤਾ। ਇੱਕ ਸਤਰਾ ਖੱਤ ਮੈਨੂੰ ਮੇਰੀ ਕਵਿਤਾ ਦਾ ਸੁਭਾਅ ਦੱਸਣ ਲਈ ਕਾਫੀ ਸੀ। ਭਾਰਤੀ ਸਾਹਿਤ ਅਕੈਡਮੀ ਵੱਲੋਂ ਦਿੱਲੀ ਵੱਲੋਂ ਯੰਗ ਇੰਡੀਅਨ ਪੋਇਟਰੀ ਫੈਸਟੀਵਲ ਕਰਾਇਆ ਤਾਂ ਮੈਨੂੰ ਉਸ 'ਚ ਪੰਜਾਬੀ ਭਾਸ਼ਾ ਦੇ ਪ੍ਰਤੀਨਿਧ ਕਵੀ ਵਜੋਂ ਸੱਦਿਆ ਗਿਆ।
ਪੰਜਾਬ ਭਵਨ 'ਚ ਸਾਡੇ ਕਮਰੇ ਬੁੱਕ ਸਨ, ਪਰ ਮੈਂ ਪਹਿਲਾਂ ਅੰਮ੍ਰਿਤਾ ਹੋਰਾਂ ਕੋਲ ਚਲਾ ਗਿਆ, ਇਸ ਸੋਚ ਕੇ ਕਿ ਮੈਂ ਸ਼ਾਮ ਨੂੰ ਪੰਜਾਬ ਭਵਨ ਜਾਵਾਂਗਾ। ਪਰ ਉਹਨਾਂ ਦਿਨਾਂ 'ਚ ਅੰਮ੍ਰਿਤਾ ਕੋਲ ਸਵਿਟਜ਼ਰਲੈਂਡ ਤੋਂ ਸ਼ਾਇਰ ਦੇਵ ਆ ਕੇ ਠਹਿਰਿਆ ਹੋਇਆ ਸੀ। ਦੇਵ ਉਦੋਂ ਬਹੁਤ ਚੁਸਤ ਫੁਰਤ ਲੱਗਦਾ ਸੀ, ਦਾੜੀ ਬਿਲਕੁਲ ਕਲੀਨ ਸ਼ੇਵ, ਪਰ ਵਾਲਾਂ ਦੀ ਪਿੱਛੇ ਗੁੱਤ ਜਿਹੀ ਕੀਤੀ ਹੋਈ ਸੀ। ਦੁਪਹਿਰ ਦੀ ਰੋਟੀ ਅਸੀਂ ਹੋਟਲ 'ਤੇ ਖਾਧੀ ਅਤੇ ਸ਼ਾਮ ਨੂੰ ਮੈਂ ਜਾਣ ਲੱਗਾ, ਅੰਮ੍ਰਿਤਾ ਕਹਿਣ ਲੱਗੀ, ਛੱਡ, ਉੱਥੇ ਵੀ ਤਾਂ ਸੌਣਾ ਹੀ ਹੈ, ਇੱਥੇ ਹੀ ਰਹਿ ਲੈ, ਸਵੇਰੇ ਚਲਾ ਜਾਈਂ। ਉਸ ਦਿਨ ਦੇਵ ਨੇ ਦੱਸਿਆ ਕਿ ਡਾਕਟਰ ਨੂਰ ਹੋਰਾਂ ਨੇ ਅੰਮ੍ਰਿਤਾ ਕੋਲ ਆਉਣਾ ਸੀ ਅਤੇ ਕਈ ਪੁਰਾਣੇ ਗਿਲੇ ਸ਼ਿਕਵੇ ਦੂਰ ਹੋਣੇ ਸਨ। ਰਾਤ ਨੂੰ ਡਾਕਟਰ ਨੂਰ ਆਏ, ਸਾਰੇ ਗੱਲਾਂ ਕਰਨ ਲੱਗੇ। ਆਰਥਰ ਵਿਕਟਰ ਅਤੇ ਡਾਕਟਰ ਜਗਬੀਰ ਸਿੰਘ ਵੀ ਨਾਲ ਸਨ। ਥੋੜ੍ਹਾ ਚਿਰ ਸਾਰਿਆਂ ਨੂੰ ਆਪਣੇ ਗਿਲੇ ਸ਼ਿਕਵੇ ਦੂਰ ਕੀਤੇ, ਫਿਰ ਸਾਰੇ ਇੰਜ ਘੁਲ ਮਿਲ ਕੇ ਗੱਲਾਂ ਕਰਨ ਲੱਗੇ ਜਿਵੇਂ ਆਪਸ 'ਚ ਕਿਸੇ ਦਾ ਕੋਈ ਗਿਲਾ ਸ਼ਿਕਵਾ ਬਾਕੀ ਨਾ ਰਹਿ ਗਿਆ ਹੋਵੇ। ਸ਼ਿਵ ਨੂੰ ਸਾਰਿਆਂ ਨੇ ਬਹੁਤ ਹੀ ਯਾਦ ਕੀਤਾ। ਡਾਕਟਰ ਨੂਰ ਤੇ ਦੇਵ ਕੋਲ ਤਾਂ ਸ਼ਿਵ ਦੀਆਂ ਕਿੰਨੀਆਂ ਹੀ ਯਾਦਾਂ ਸਨ ਜੋ ਮੈਂ ਸਿਰਫ ਉਸ ਮਹਿਫਿਲ 'ਚ ਹੀ ਸੁਣੀਆਂ। ਅੰਮ੍ਰਿਤਾ ਬੋਲੀ, ਬਹੁਤ ਯਾਦ ਆਉਂਦਾ ਕੰਮਬਖ਼ਤ, ਕਈ ਵਾਰੀ ਤਾਂ ਬਹੁਤ ਮਿਸ ਕਰੀਦਾ ਉਹਨੂੰ। ਅੰਮ੍ਰਿਤਾ ਦੀਆਂ ਗਹਿਰੀਆਂ ਅੱਖਾਂ ਵਿੱਚ ਸ਼ਿਵ ਦੀ ਯਾਦ ਘੁਲੀ ਹੋਈ ਸੀ। ਰਾਤ ਹੋਰ ਗਹਿਰੀ ਹੋ ਗਈ। ਸਾਰੇ ਅੰਮ੍ਰਿਤਾ ਦੀ ਕੋਠੀ ਦੀ ਪੋਰਚ 'ਤੇ ਬਣੀ ਅਨੈਕਸੀ 'ਚ ਚਲੇ ਗਏ ਜਿੱਥੇ ਦੇਵ ਠਹਿਰਿਆ ਹੋਇਆ ਸੀ। ਕਵਿਤਾ ਦਾ ਦੌਰ ਸ਼ੁਰੂ ਹੋ ਗਿਆ ਅਤੇ ਆਰਥਰ ਵਿਕਟਰ, ਜੋ ਉਹਨਾਂ ਦਿਨਾਂ 'ਚ ਦਿੱਲੀ ਰੇਡੀਓ 'ਚ ਹੁੰਦਾ ਸੀ, ਉਹਦੀ ਉੱਚੀ ਹੇਕ ਨਾਲ ਹੌਜ ਖਾਸ ਦੀ ਖਾਮੋਸ਼ ਰਾਤ ਵਿੱਚ ਵਿਸਮਾਦੀ ਗੂੰਜ ਤੈਰਨ ਲੱਗੀ। ਇਹ ਧੁਨ ਡਾਕਟਰ ਜਗਬੀਰ ਸਿੰਘ ਦੇ ਗਾਏ ਸੁਲਤਾਨ ਬਾਹੂ ਦੇ ਦੋਹਿਆਂ ਨਾਲ ਹੋਰ ਗਹਿਰੀ ਤੇ ਸੰਜੀਦਾ ਹੋ ਗਈ। ਧੰਨ ਹੁੰਦੇ ਨੇ ਉਹ ਘਰ ਜਿਨ੍ਹਾਂ 'ਚ ਅਜਿਹੇ ਦਰਵੇਸ਼ ਸ਼ਾਇਰਾਂ ਦੇ ਬੋਲ ਗੂੰਜਦੇ ਨੇ, ਅਤੇ ਧੰਨ ਹੁੰਦੀ ਹੈ ਉਹ ਧਰਤੀ ਜਿਸ 'ਤੇ ਅਜਿਹੇ ਘਰ ਵਸਦੇ ਨੇ। ਉਸ ਰਾਤ ਮੈਨੂੰ ਲੱਗਿਆ ਜਿਵੇਂ ਇਹ ਘਰ ਅੰਮ੍ਰਿਤਾ ਦਾ ਘਰ ਨਹੀਂ ਸੀ, ਸਗੋਂ ਕਿਸੇ ਜੋਗੀ ਦਾ ਟਿੱਲਾ ਸੀ ਜਿੱਥੇ ਦਰਵੇਸ਼ ਆਉਂਦੇ, ਪੜਾਅ ਕਰਦੇ, ਗੀਤ ਗਾਉਂਦੇ, ਤੁਰ ਜਾਂਦੇ। ਸਵੇਰ ਹੋਈ ਤਾਂ ਸਾਰੇ ਨਾਸ਼ਤੇ ਦੀ ਮੇਜ਼ 'ਤੇ ਆ ਗਏ। ਅੰਮ੍ਰਿਤਾ ਬੋਲੀ, ਇਮਰੋਜ਼, ਅੱਜ ਇੰਜ ਕਰ, ਜਲੇਬੀਆਂ ਲਿਆ ਅਤੇ ਸ਼ਾਇਰਾਂ ਨੂੰ ਦੁੱਧ ਵਿੱਚ ਜਲੇਬੀਆਂ ਖਵਾਉਂਦੇ ਹਾਂ। ਜੋ ਹੁਕਮ, ਆਖ ਕੇ ਅਮਰੋਜ਼ ਨੇ ਗੱਡੀ ਕੱਢੀ ਅਤੇ ਕੁਝ ਚਿਰ ਬਾਅਦ ਜਲੇਬੀਆਂ ਲੈ ਆਇਆ। ਅੰਮ੍ਰਿਤਾ ਨੇ ਆਪ ਸਾਨੂੰ ਦੁੱਧ 'ਚ ਜਲੇਬੀਆਂ ਪਾ ਕੇ ਦਿੱਤੀਆਂ। ਮੈਂ ਜੀਵਨ 'ਚ ਕਦੇ ਦੁੱਧ 'ਚ ਜਲੇਬੀਆਂ ਨਹੀਂ ਸਨ ਖਾਧੀਆਂ, ਪਰ ਉਸ ਦਿਨ ਅੰਮ੍ਰਿਤਾ ਦੇ ਹੱਥੋਂ ਇਸ ਲਜ਼ੀਜ਼ ਖਾਣੇ ਦਾ ਸਵਾਦ ਪਹਿਲੀ ਵਾਰ ਮਹਿਸੂਸ ਕੀਤਾ ਅਤੇ ਇਸ ਸਵਾਦ ਨੂੰ ਜੀਵਨ ਭਰ ਲਈ ਸੰਭਾਲ ਕੇ ਰੱਖ ਲਿਆ। ਅੰਮ੍ਰਿਤਾ ਦੇ ਘਰ ਉਸ ਦਿਨ ਦੁੱਧ 'ਚ ਜਲੇਬੀਆਂ ਖਾਣ ਤੋਂ ਬਾਅਦ ਇੰਨੇ ਸਾਲਾਂ 'ਚ ਮੁੜ ਮੈਂ ਕਦੇ ਵੀ ਇਹ ਡਿਸ਼ ਨਹੀਂ ਖਾਧੀ ਅਤੇ ਨਾ ਹੀ ਖਾਣ ਦੀ ਇੱਛਾ ਹੋਈ। ਦੁੱਧ 'ਚ ਜਲੇਬੀਆਂ ਅੰਮ੍ਰਿਤਾ ਦੀ ਸ਼ਖਸੀਅਤ ਨਾਲ ਜੋੜ ਕੇ ਮੈਂ ਇਹਨੂੰ ਸਾਰੀ ਉਮਰ ਲਈ ਆਪਣੇ ਮਨ 'ਚ ਸਾਂਭ ਕੇ ਰੱਖ ਲਿਆ। ਦੇਵ ਦੀ ਕਿਤਾਬ ਪ੍ਰਸ਼ਨ ਤੇ ਪ੍ਰਵਾਜ਼ ਦਾ ਰਿਲੀਜ਼ ਸਮਾਰੋਹ ਸੀ। ਦਿੱਲੀ ਯੂਨੀਵਰਸਿਟੀ ਦੇ ਅਹਾਤੇ ਵਿੱਚ ਇੱਕ ਕਵੀ ਦਰਬਾਰ ਵੀ ਰੱਖਿਆ ਗਿਆ ਜਿਸ 'ਚ ਮੈਂ ਵੀ ਸ਼ਾਮਲ ਸੀ। ਉੱਥੇ ਸਮਾਗਮ ਮਗਰੋਂ ਬਹੁਤ ਸਾਰੇ ਸ਼ਾਇਰ ਅੰਮ੍ਰਿਤਾ ਦੀ ਅਨੈਕਸੀ 'ਚ ਇਕੱਠੇ ਹੋ ਗਏ। ਉਹਨਾਂ ਵਿੱਚ ਦੇਵ ਦੀ ਇੱਕ ਗੋਰੀ ਦੋਸਤ ਵੀ ਸ਼ਾਮਲ ਸੀ ਜੋ ਪੰਜਾਬੀ ਸਮਝ ਨਹੀਂ ਸੀ ਸਕਦੀ, ਪਰ ਲੱਗਦਾ ਸੀ ਉਹ ਚਿਹਰਿਆਂ ਦੇ ਹਾਵ ਭਾਵਾਂ ਵਿੱਚੋਂ ਕਵਿਤਾ ਦਾ ਆਨੰਦ ਮਹਿਸੂਸ ਕਰ ਰਹੀ ਹੈ। ਇਸ ਮਹਿਫਿਲ ਵਿੱਚ ਅੰਮ੍ਰਿਤਾ ਵੀ ਸ਼ਾਮਲ ਸੀ। ਸੁਰਜੀਤ ਪਾਤਰ, ਡਾਕਟਰ ਦਵਿੰਦਰ ਦਮਨ, ਸਵਰਨ ਚੰਦਨ, ਅਮਰਜੀਤ ਗਰੇਵਾਲ ਵੀ ਇਸ ਕਾਵਿ ਮਹਿਫਿਲ ਦਾ ਸ਼ਿੰਗਾਰ ਸਨ। ਇਸੇ ਮਹਿਫਿਲ ਵਿੱਚ ਅੰਮ੍ਰਿਤਾ ਹੋਰਾਂ ਦੇ ਮੂੰਹੋਂ ਉਹਨਾਂ ਦਾ ਗੀਤ ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ ਸੁਣਨ ਦਾ ਮੌਕਾ ਮਿਲਿਆ। ਉਮਰ ਦੇ 7 ਦਹਾਕੇ ਪੂਰੇ ਕਰ ਲੈਣ ਵਾਲੀ ਅੰਮ੍ਰਿਤਾ ਦੀ ਅਜਿਹੀ ਪੁਰਕਸ਼ਿਸ਼ ਆਵਾਜ਼ ਦੀ ਯਾਦ ਹੁਣ ਵੀ ਮੇਰੀਆਂ ਸਿਮਰਤੀਆਂ 'ਚ ਤੈਰਦੀ ਹੈ। ਅੰਮ੍ਰਿਤਾ ਨਾਲ ਅਗਲੀ ਤੇ ਅਖੀਰਲੀ ਮੁਲਾਕਾਤ 1996 'ਚ ਹੋਈ। ਹਿੰਦੀ ਦੇ ਕਵੀ ਡਾਕਟਰ ਕੇਦਾਰਨਾਥ ਸਿੰਘ ਨੇ ਮੇਰੀ ਹਿੰਦੀ ਪੁਸਤਕ ਮੁੱਠੀ ਭਰ ਰੌਸ਼ਨੀ ਦੀ ਭੂਮਿਕਾ ਲਿਖੀ ਸੀ। ਉਹਨਾਂ ਫੋਨ 'ਤੇ ਇਸ ਬਾਰੇ ਦੱਸਿਆ ਅਤੇ ਕਿਹਾ ਕਿ ਮੈਂ ਡਾਕ ਵਿੱਚ ਭੇਜ ਦਿੰਦਾ, ਪਰ ਮੈਨੂੰ ਲੱਗਿਆ ਡਾਕਟਰ ਕੇਦਾਰਨਾਥ ਸਿੰਘ ਵਰਗੇ ਵੱਡੇ ਕਵੀ ਹੱਥੋਂ ਲਿਖੀ ਭੂਮਿਕਾ ਨੂੰ ਖੁਦ ਜਾ ਕੇ ਲੈ ਕੇ ਆਉਣਾ ਬਣਦਾ ਹੈ। ਇਹ ਸੋਚ ਕੇ ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚਲੇ ਕੈਂਪਸ ਵਿੱਚ ਸਥਿਤ ਡਾਕਟਰ ਕੇਦਾਰਨਾਥ ਸਿੰਘ ਦੇ ਘਰ ਪਹੁੰਚ ਗਿਆ। ਇਹ ਤੋਂ ਪਹਿਲਾਂ ਤਾਂ ਡਾਕਟਰ ਕੇਦਾਰਨਾਥ ਸਿੰਘ ਦੀ ਹਿੰਦੀ ਪੁਸਤਕ ਅਕਲ ਮੇਂ ਸਾਰਸ ਦਾ ਸਾਹਿਤ ਅਕੈਡਮੀ ਦਿੱਲੀ ਲਈ ਮੇਰੇ ਵੱਲੋਂ ਕੀਤਾ ਗਿਆ ਪੰਜਾਬੀ ਵਿੱਚ ਅਨੁਵਾਦ ਵੀ ਪ੍ਰਕਾਸ਼ਿਤ ਹੋ ਚੁੱਕਾ ਸੀ। ਹਿੰਦੀ 'ਚ ਕਵਿਤਾ ਲਿਖਦੀ ਮੇਰੀ ਦੋਸਤ ਰੂਪਾ ਸਿੰਘ VJN ਯੂਨੀਵਰਸਿਟੀ ਦੇ ਗੰਗਾ ਹੋਸਟਲ 'ਚ ਰਹਿੰਦੀ ਸੀ ਅਤੇ ਮੈਨੇਜਰ ਪਾਂਡੇ ਦੀ ਅਗਵਾਈ 'ਚ ਕ੍ਰਿਸ਼ਨਾ ਸੋਪਤੀ, ਅੰਮ੍ਰਿਤਾ ਅਤੇ ਕੁਰਤੁਲ ਹੈਦਰ ਦੇ ਨਾਰੀ ਪਾਤਰਾਂ ਦੇ ਤੁਲਨਾਤਮਕ ਅਧਿਐਨ 'ਤੇ PhD ਕਰ ਰਹੀ ਸੀ। ਉਹ ਡਾਕਟਰ ਕੇਦਾਰਨਾਥ ਸਿੰਘ ਦੀ ਵਿਦਿਆਰਥਣ ਵੀ ਸੀ। ਉਹ ਵੀ ਕੇਦਾਰਨਾਥ ਸਿੰਘ ਦੇ ਘਰ ਆ ਗਈ। ਮੈਂ ਉੱਥੇ ਹੀ ਅੰਮ੍ਰਿਤਾ ਹੋਰਾਂ ਨੂੰ ਫੋਨ ਕੀਤਾ, ਦੀਦੀ ਘਰ ਹੀ ਹੋ? ਹਾਂ, ਮੈਂ ਕੱਲ੍ਹ ਆਵਾਂਗਾ, ਵਿਹਲੇ ਹੋਗੇ? ਕੱਲ੍ਹ ਕੀ, ਹੁਣੇ ਆ ਜਾ।
ਮੈਂ ਕਿਹਾ ਠੀਕ ਹੈ। रूपा सिंह मेरी गल सुन रही सी। मैंने पूछन लगी, अमृता जी के पास जा रहे हो, मुझे भी ले चलो। मैं क्या ठीक है चलो। मैं ते रूपा 3 व्हीलर लैके हौज खास पहुंचे। अंदर वड़दियां मैं रूपा नाल अमृता दी जान पछाण कराई ते रूपा ने अमृता नूं एक खूबसूरत रुमाल भेंट कीता। अमृता इस निक्की जी प्यार भेंट ते बहुत खुश होई ते बहुत ही खुले मन नाल गल्लां करन लगी। पर ਲੱਗਿਆ ਅੰਦਰੋਂ ਜਿਵੇਂ ਅਮਰਤਾ ਮਾਯੂਸ ਸੀ। ਕਿਤੇ ਕਿਤੇ ਉਹਦੇ ਮੱਥੇ ਦੀ ਤਿਉੜੀ 'ਚ ਗਹਿਰੇ ਦੁੱਖ ਦੀ ਪਰਛਾਈ ਝਲਕਦੀ ਸੀ। ਕੁਝ ਘੰਟੇ ਅਮਰਤਾ ਨਾਲ ਬਿਤਾ ਕੇ ਅਸੀਂ ਵਾਪਸ ਆ ਗਏ। ਬਾਅਦ 'ਚ ਜਸਬੀਰ ਭੁੱਲਰ ਨੇ ਦੱਸਿਆ ਕਿ ਇਹ ਉਹ ਦਿਨ ਸੀ ਜਦੋਂ ਅਮਰਤਾ ਦੇ ਪਤੀ ਪ੍ਰੀਤਮ ਸਿੰਘ ਕਵਾਤੜਾ ਬਹੁਤ ਹੀ ਬਿਮਾਰ ਸਨ ਤੇ ਆਪਣੇ ਅੰਤਲੇ ਦਿਨਾਂ ਵਿੱਚ ਸਨ ਤੇ ਅਮਰਤਾ ਦਾ ਬੇਟਾ ਨਵਰਾਜ ਉਹਨਾਂ ਨੂੰ ਹੌਜ ਖਾਸ ਲੈ ਆਇਆ ਸੀ। ਉਹ ਥੱਲੇ ਸਨ ਪਰ ਅਮਰਤਾ ਉਹਨਾਂ ਨੂੰ ਮਿਲਣ ਲਈ ਨਹੀਂ ਸੀ ਗਈ। ਇਹਨਾਂ ਘਰੇਲੂ ਹਾਲਾਤਾਂ 'ਚ ਉਲਝੀ ਅਮਰਤਾ ਇਸ ਉਮਰ ਵਿੱਚ ਵੀ ਪਤਾ ਨਹੀਂ ਕਿੰਨੇ ਕੁ ਦੁੱਖਾਂ ਨਾਲ ਘੁਲ ਰਹੀ ਸੀ। ਅਜੇ ਵੀ ਅਤੀਤ ਦੇ ਪਰਛਾਵੇਂ ਉਹਦਾ ਖਹਿੜਾ ਨਹੀਂ ਸਨ ਛੱਡ ਰਹੇ। ਇਸ ਤੋਂ ਬਾਅਦ ਅਮਰਤਾ ਬਿਮਾਰ ਹੋ ਗਈ। ਹੁਣ ਉਹਨੇ ਲੋਕਾਂ ਨੂੰ ਮਿਲਣਾ ਜੁਲਣਾ ਬੰਦ ਕਰ ਦਿੱਤਾ। ਫਿਰ ਹੌਲੀ ਹੌਲੀ ਨਾਗਮਣੀ ਵੀ ਬੰਦ ਹੋ ਗਈ। ਪਤਾ ਲੱਗਾ ਅਮਰਤਾ ਕੋਮਾ 'ਚ ਚਲੀ ਗਈ ਹੈ ਤੇ ਅਖੀਰ ਇੱਕ ਦਿਨ ਅਮੀਆਂ ਘੁੰਮਰ ਦਾ ਫੋਨ ਆਇਆ, ਅਮਰਤਾ ਜੀ ਨਹੀਂ ਰਹੇ। ਇਹ ਦਿਨ 2005 ਦੀ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਦਾ ਸੀ। ਅਮਰਤਾ ਤੁਰ ਗਈ। ਪੌਣੀ ਸਦੀ ਪੰਜਾਬੀ ਸਾਹਿਤ 'ਤੇ ਰਾਜ ਕਰਨ ਵਾਲੀ ਅਮਰਤਾ ਇਸ ਦੁਨੀਆ ਤੋਂ ਵਿਦਾ ਹੋ ਗਈ। ਦੱਸਦੇ ਹਨ ਉਹਨਾਂ ਦੀ ਹਦਾਇਤ ਅਨੁਸਾਰ ਉਹਨਾਂ ਦੇ ਸੰਸਕਾਰ 'ਤੇ ਸਿਰਫ 5-7 ਲੋਕ ਹੀ ਸ਼ਾਮਲ ਹੋਏ। ਪੋਸਟ ਸਕ੍ਰਿਪਟ। ਪਿਛਲੇ ਦਿਨਾਂ 'ਚ ਅਮਰਤਾ ਦੇ ਬੇਟੇ ਵੱਲੋਂ ਅਮਰਤਾ ਦੇ ਘਰ ਨੂੰ ਵੇਚ ਦੇਣ ਤੇ ਖਰੀਦਦਾਰਾਂ ਵੱਲੋਂ ਉਸ ਘਰ ਨੂੰ ਮਲੀਆ ਮੇਟ ਕਰਨ ਦੀਆਂ ਖਬਰਾਂ ਮਿਲੀਆਂ ਹਨ। ਰੰਗਾਂ, ਸ਼ਬਦਾਂ, ਚਿੱਤਰਾਂ ਨਾਲ ਭਰੇ ਘਰ ਦਾ ਵਜੂਦ ਖਤਮ ਹੋ ਗਿਆ। ਪਰ ਕੀ ਮਨਾਂ 'ਚ ਵਸਣ ਵਾਲੇ ਘਰਾਂ ਦੇ ਵਜੂਦ ਇਸ ਤਰ੍ਹਾਂ ਖਤਮ ਹੋ ਜਾਂਦੇ ਹਨ ਤੇ ਕੀ ਚੇਤਿਆਂ 'ਚ ਵਸਣ ਵਾਲੇ ਸੱਚਮੁੱਚ ਇਸ ਤਰ੍ਹਾਂ ਵਿਦਾ ਹੋ ਜਾਂਦੇ ਹਨ? ਧੰਨਵਾਦ।